ਇਹੋ ਜਿਹੇ ਪੁਲਿਸ ਅਹਿਲਕਾਰ ਜਾਂ ਕੁਝ ਇਹੋ ਜਿਹੇ ਹੁੰਦੇ ਜਿਹੜੇ ਕੋਈ ਰਿਸ਼ਵਤ ਵੀ ਲੈ ਲੈਂਦੇ। ਜਿੱਦਾਂ ਦੀ ਸੁਸਾਇਟੀ ਆ ਉਦਾਂ ਦੀ ਪੁਲਿਸ ਹੈਗੀ ਆ। ਛੋਟੇ ਗੈਂਗ ਫੜੇ ਜਾਂਦੇ, ਜਿਹੜੇ ਵੱਡੇ ਗੈਂਗ ਹੁੰਦੇ ਨਾ ਉਹਨਾਂ ਦੇ ਹੱਥ ਨਹੀਂ ਪੈ ਰਹੇ। ਤਕਰੀਬਨ 3500 ਪਲੱਸ ਪਰਚੇ ਦਿੱਤੇ ਗਏ ਆ। ਇਹ ਸਵਾਲ ਆ ਕਿ ਪੁਲਿਸ ਮੁਕਾਬਲੇ ਅਸਲੀ ਨਹੀਂ ਹੁੰਦੇ। ਜੇ ਕਿਸੇ ਨੇ ਪੁਲਿਸ ਨੂੰ ਫੜ ਕੇ ਕੋਈ ਮੁਲਜ਼ਮ ਦਿੱਤਾ ਤੇ ਪੁਲਿਸ ਨੇ ਮਾਰਤਾ ਤੇ ਉਹ ਆ ਕੇ ਦੱਸ ਦੇਵੇ ਤੇ ਅਸੀਂ ਪੁਲਿਸ ਵਾਲੇ ਦੇ ਪਰਚਾ ਦੇ ਦਾਂਗੇ। ਇਹ ਜਿਹੜਾ ਸਾਡਾ ਕੋਈ ਪਰਚਾ ਨਾ, ਹਾਲੇ ਵੀ ਪਰਚਾ ਜਲਦੀ ਨਹੀਂ ਹੁੰਦਾ। ਪਰਚਾ ਕਹਿਣ ਨੂੰ ਬਹੁਤ ਸੌਖਾ ਤੇ ਦੂਜਿਆਂ ਤੇ ਹੋਵੇ ਤੇ ਬਹੁਤ ਅੱਛੀ ਗੱਲ ਆ, ਫੌਰੀ ਹੋ ਜਾਏ। ਜੇ ਆਪਣੇ ਤੇ ਹੋਵੇ ਤਾਂ ਫੇਰ ਹਰ ਬੰਦਾ ਕਹਿੰਦਾ ਯਾਰ ਮੇਰੀ ਗੱਲ ਨਹੀਂ ਸੁਣੀ। अस्सलाम वालेकुम, मैं मौज़म जट ते तुसी वेख रहे हो जुर्म कहानी। ਅੱਜ ਦੀ ਜੁਰਮ ਕਹਾਣੀ ਦੇ ਵਿੱਚ ਸਾਡੇ ਨਾਲ ਆਰਪੀਓ ਫੈਸਲਾਬਾਦ ਸੁਹੇਲ ਅਹਿਮਦ ਸੁਖੇਰਾ ਸਾਹਿਬ ਨੇ, ਔਰ ਜਦੋਂ ਦੇ ਫੈਸਲਾਬਾਦ ਆਏ ਨੇ, ਫੈਸਲਾਬਾਦ ਦੇ ਵਿੱਚ ਜਰਾਇਮ ਬਿਲਕੁਲ ਖਤਮ ਹੋ ਗਿਆ। ਕੋਈ ਇੱਕਾ ਦੁੱਕਾ ਰਹਿ ਵੀ ਗਿਆ ਨਾ ਤੇ ਉਹ ਵੀ ਡਰ ਡੁਰ ਕੇ ਨੱਸੀ ਜਾਂਦੇ ਹੈਗੇ। ਸਰ ਬਹੁਤ ਸ਼ੁਕਰੀਆ ਸਰ, ਤੁਸੀਂ ਅੱਜ ਸਾਨੂੰ ਆਪਣਾ ਟਾਈਮ ਦਿੱਤਾ ਸਰ। ਅੱਛਾ ਜੀ ਸਰ, ਸਭ ਤੋਂ ਪਹਿਲੇ ਤੁਸੀਂ ਫੈਸਲਾਬਾਦ ਆਏ, ਫੈਸਲਾਬਾਦ ਆ ਕੇ ਕਿਹੜੀ ਤੁਸੀਂ ਸਰ ਇਹੋ ਜਿਹੀ ਗਿੱਦੜ ਸਿੰਘੀ ਕੋਈ ਸੰਘਾਈ ਤੁਸੀਂ ਕੀਤਾ ਜਿਹੜੇ ਡਾਕੂ ਤੇ ਮਨਸ਼ਿਆਤ ਫਰੋਸ਼ ਤੇ ਬਿਲਕੁਲ ਹੀ ਖਤਮ ਹੋ ਗਏ? ਜੀ ਬਿਸਮਿਲ੍ਲਾਹਿਰ ਰਹਿਮਾਨ ਰਹੀਮ। ਪਹਿਲੇ ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਟਾਈਮ ਦਿੱਤਾ ਮੈਨੂੰ। ਦੂਸਰਾ, ਫੈਸਲਾਬਾਦ ਬਹੁਤ ਇੱਕ ਜ਼ਬਰਦਸਤ ਸ਼ਹਿਰ ਆ, ਲੋਕ ਬਹੁਤ ਅੱਛੇ ਆ। ਔਰ ਜਿਹੜਾ ਮੈਂ ਇੱਕ ਬ੍ਰਿਜ ਸੀਗਾ ਪਬਲਿਕ ਔਰ ਪੁਲਿਸ ਦੇ ਦਰਮਿਆਨ ਗੈਪ ਸੀਗਾ, ਉਹਨੂੰ ਬ੍ਰਿਜ ਕੀਤਾ। ਲੋਕ ਆ ਕੇ ਗੱਲਬਾਤ ਕਰਦੇ ਆ, ਲੋਕ ਇਨਫੋਰਮੇਸ਼ਨ ਦਿੰਦੇ ਆ, ਉਸ 'ਤੇ ਫਿਰ ਪੁਲਿਸ ਨੇ ਕੰਮ ਕੀਤਾ। ਸਾਡੀ ਟੀਮ ਬਹੁਤ ਅੱਛੀ ਫੈਸਲਾਬਾਦ ਦੀ, CPO ਫੈਸਲਾਬਾਦ, SSP ਆਪਰੇਸ਼ਨ ਸਾਡੇ ਪਹਿਲੇ ਫੁਰਕਾਨ ਬਿਲਾਲ ਸੀਗੇ, ਹੁਣ ਕਲਾਚੀ ਸਾਹਿਬ ਅਸਲੀਮ। ਇਸੇ ਤਰ੍ਹਾਂ SSP ਇਨਵੈਸਟੀਗੇਸ਼ਨ ਸਾਡੇ SP ਸਈਦ ਐਂਡ ਔਰ ਫਿਰ ਬਿਲਾ ਆਪਣਾ ਜ਼ਫਰ ਆबिद ਜ਼ਫਰ ਸਾਹਿਬ ਆ, ਚੀਮਾ ਸਾਹਿਬ ਆ, ਸਾਮਾ। ਸਾਰੀ ਟੀਮ ਬਹੁਤ ਅੱਛੀ ਹੈ। ਇਸ ਤਰ੍ਹਾਂ ਰੇਂਜ ਦੇ DPOs ਬਹੁਤ ਅੱਛੇ ਆ। ਤਾਂ ਇਟਸ ਆਲਵੇਜ਼ ਅ ਟੀਮ ਵਰਕ। ਬਿਲਕੁਲ। ਤੇ ਜਿਹੜੀ ਪ੍ਰਾਇੋਰਟੀ ਸੀਗੀ ਸਾਡੀ ਉਹ ਸੀਗੀ ਕਿ ਨਾਰਕੋਟਿਕਸ ਜਿਹੜੀ ਆ ਉਹ ਯੂਥ ਦੀ ਤਬਾਹੀ ਕਰਦੀ ਹੈ, ਔਰ ਇਸ ਨੂੰ ਅਸੀਂ ਟੌਪ ਪ੍ਰਾਇੋਰਟੀ ਬਣਾਇਆ। ਦੂਸਰਾ ਜਿਹੜੀ ਪ੍ਰਾਇੋਰਟੀ ਸੀਗੀ ਉਹ ਜਿਹੜੇ ਆ ਇਸ਼ਤਿਹਾਰੀ ਮੁਲਜ਼ਮਾਨ ਹੈਗੇ ਆ, ਜਿਹੜੇ 302 ਦੇ ਸੀਗੇ ਕਤਲ ਦੇ ਔਰ ਇਕਦਾਮੇ ਕਤਲ ਦੇ, ਉਹਨਾਂ ਨੂੰ ਅਸੀਂ ਕੇਟਰ ਕੀਤਾ। ਜਿਹੜੇ ਇੱਥੇ ਫਿਰਦੇ ਪਏ ਸੀਗੇ, ਫਿਰ ਸ਼ਾਇਦ ਐਫਰਟਸ ਹੋ ਰਿਹਾ ਸੀ ਲੇਕਿਨ ਉਸ ਤਰ੍ਹਾਂ ਟਾਰਗੇਟਡ ਨਹੀਂ ਸੀਗੇ। ਤੇ ਜਦੋਂ ਲੋਕਾਂ ਨਾਲ ਰਾਬਤਾ ਸਾਡਾ ਵਧਿਆ ਤਾਂ ਇਨਫੋਰਮੇਸ਼ਨ ਆਈ ਤੇ ਅਲਹਮਦੁਲਿਲਾ ਬੜਾ ਇੱਕ ਲਾਰਜ ਨੰਬਰ ਹੈ ਜਿਹੜਾ 302 ਦੇ ਔਰ 324 ਦੇ ਜਿਹੜੇ ਇਕਦਾਮੇ ਕਤਲ ਔਰ ਕਤਲ ਦੇ ਇਸ਼ਤਿਹਾਰੀ ਉਹ ਫੜੇ ਗਏ। ਇਸੇ ਤਰ੍ਹਾਂ ਡਕੈਤੀ ਰਾਜਧਾਨੀ ਦੇ ਇਸ਼ਤਿਹਾਰੀ ਸੀਗੇ, ਉਹ ਵੀ ਫੜੇ ਗਏ। ਤੇ ਔਨ ਟੌਪ ਆਫ ਐਵਰੀਥਿੰਗ ਅੱਲਾਹ ਤਬਾਰਕ ਤਾਲਾ ਦੀ ਰਹਿਮਤ ਹੈ ਜੀ। ਤੇ ਕ੍ਰਾਈਮ ਸਾਡਾ ਅਲਹਮਦੁਲਿਲਾ 71-2% ਦੇ ਕਰੀਬ ਥੱਲੇ ਆਇਆ ਜੀ ਲਾਸਟ 3 ਮਹੀਨਿਆਂ 'ਚ। ਬਿਲਕੁਲ ਸਰ, ਬਿਹਤਰ। ਅੱਛਾ ਸਰ, ਕੁਝ ਕਾਲੀਆਂ ਭੇੜਾਂ ਵਿੱਚ ਹਰ ਜਗ੍ਹਾ ਤੇ ਹੁੰਦੀਆਂ ਵਾ ਸਰ, ਇਹਨਾਂ ਦੇ ਵਿੱਚ ਵੀ ਜਿਹੜੇ ਕੁਝ ਇਹੋ ਜਿਹੇ ਪੁਲਿਸ ਅਹਿਲਕਾਰ ਜਾਂ ਕੁਝ ਇਹੋ ਜਿਹੇ ਹੁੰਦੇ ਜਿਹੜੇ ਕੋਈ ਰਿਸ਼ਵਤ ਵੀ ਲੈ ਲੈਂਦੇ, ਉਹਦਾ ਨੇ ਹਵਾਲੇ ਨਾਲ ਸਰ ਤੁਸੀਂ ਕੀ ਆਪਣਾ ਪਲਾਨ ਕੀਤਾ ਹੋਇਆ? ਦੇਖੋ, ਜਿਹੜੀ ਪੁਲਿਸ ਹੈਗੀ ਹੈ ਨਾ, ਇਹ ਵੀ ਸੁਸਾਇਟੀ ਦਾ ਹਿੱਸਾ ਹੀ ਹੈ। ਤਾਂ ਜਿੱਦਾਂ ਦੀ ਸੁਸਾਇਟੀ ਆ ਉਦਾਂ ਦੀ ਪੁਲਿਸ ਹੈਗੀ ਆ। ਬਟ ਕਿਉਂਕਿ ਸਾਡੇ ਉੱਤੇ ਜ਼ਿੰਮੇਦਾਰੀ ਜ਼ਰਾ ਵੱਡੀ ਆ, ਲੋਕਾਂ ਨੂੰ ਕਾਨੂੰਨ ਦੀ ਸਾਨੂੰ ਇੱਕ ਸਪੋਰਟ ਹਾਸਲ ਹੁੰਦੀ ਆ, ਜਿਹਦੇ ਤੁਸੀਂ ਲੋਕਾਂ ਨੂੰ ਫੜ ਸਕਦੇ ਹੋ, ਲੋਕਾਂ ਦੀ ਆਜ਼ਾਦੀ ਸਲਬ ਕਰਕੇ ਬੰਦ ਕਰ ਸਕਦੇ ਹੋ ਉਹਨਾਂ ਨੂੰ। ਤਾਂ ਉਸ ਕਰਕੇ ਫਿਰ ਰਿਸਪੌਂਸਿਬਿਲਿਟੀ ਵੀ ਜ਼ਿਆਦਾ ਹੈ। ਤੇ ਜਿਹੜੇ ਐਸੇ ਲੋਕ ਨੇ ਜਿਹੜੇ ਕਰਪਸ਼ਨ 'ਚ ਇਨਵੋਲਵ ਹੁੰਦੇ ਆ ਔਰ ਉਹ ਸਾਬਤ ਹੋ ਜਾਏ ਤਾਂ ਫਿਰ ਉਹਨਾਂ ਨੂੰ ਮੇਜਰ ਪਨਿਸ਼ਮੈਂਟ ਮਿਲਦੀ ਹੈ। ਤੇ ਉਹ ਜਿਹੜੀ ਵੀ ਕੰਪਲੇਂਟ ਆਉਂਦੀ ਆ ਉਹਨੂੰ ਅਸੀਂ ਪੂਰਾ ਤੋਲੀ ਦਾ, ਔਰ ਫੋਰਸ ਨੂੰ ਵੀ ਨੈਚੁਰਲੀ ਰਾਈਟ ਆ ਕਿ ਉਹ ਆਪਣੇ ਆਪ ਨੂੰ ਡਿਫੈਂਡ ਕਰੇ। ਬਿਲਕੁਲ। ਔਰ ਜਿਹੜਾ ਕੰਪਲੇਨੈਂਟ ਹੁੰਦਾ ਉਹਨੂੰ ਬਿਠਾ ਕੇ ਆਮਣੇ ਸਾਹਮਣੇ ਗੱਲ ਕਰਾਈ ਦੀ ਆ, ਇਨਕੁਆਇਰੀ ਕਰੀ ਦੀ ਆ। ਅਗਰ ਫਿਰ ਇਨਕੁਆਇਰੀ ਸਾਬਤ ਹੋ ਜਾਏ ਤਾਂ ਫਿਰ ਉਹਨੂੰ ਬਿਲਕੁਲ ਸਖਤ ਸਜ਼ਾ ਦਿੱਤੀ ਜਾਂਦੀ ਹੈ। ਅੱਛਾ ਸਰ, ਮਨਸ਼ਿਆਤ ਦੇ ਹਵਾਲੇ ਨਾਲ ਜਿਸ ਤਰ੍ਹਾਂ ਕਿ ਬੜੇ ਅੱਛਾ ਕੰਮ ਕਰਦੇ ਜੀ, ਲੇਕਿਨ ਇਹਨਾਂ ਦੇ ਵਿੱਚ ਸਰ ਛੋਟੇ ਗੈਂਗ ਫੜੇ ਜਾਂਦੇ, ਜਿਹੜੇ ਵੱਡੇ ਗੈਂਗ ਹੁੰਦੇ ਨਾ ਉਹਨਾਂ ਦੇ ਹੱਥ ਨਹੀਂ ਪੈ ਰਹੇ। ਇਹਦੀ ਕੀ ਵਜ੍ਹਾ ਸਰ? ਅੱਛਾ, ਇੰਟਰਸਟਿੰਗਲੀ ਫੈਸਲਾਬਾਦ 'ਚ ਕਾਫੀ ਜਿਹੜੇ ਮੇਨ ਸਪਲਾਇਰ ਸੀਗੇ ਨਾ ਉਹ ਫੜੇ ਗਏ, ਜਿੰਦੇ 'ਚ ਅਮਜਦ ਪਠਾਨ ਸੀ ਔਰ ਰਿਆਜ਼ ਕੁਰਾਈ ਸੀਗਾ, ਇਸੇ ਤਰ੍ਹਾਂ ਜ਼ਰਗੂਨ ਔਰ ਸਾਇਰਾ ਪਠਾਣੀ। ਕਾਫੀ ਮਤਲਬ ਨੇ ਹੈਗੇ ਨਾਮ, ਲੇਕਿਨ ਕਿਉਂਕਿ ਮਨਸ਼ਿਆਤ ਇੱਥੇ ਹੈ ਬਹੁਤ
ਮਤਲਬ ਕਸੀਰ ਤਾਦਾਦ 'ਚ ਫਰੋਖਤ ਹੁੰਦੀ ਸੀ ਔਰ ਐਡਿਕਟਸ ਬਹੁਤ ਜ਼ਿਆਦਾ ਸੀਗੇ, ਬਿਲਕੁਲ ਤੇ ਇਸ ਕਰਕੇ ਤਕਰੀਬਨ 3500 ਪਲੱਸ ਪਰਚੇ ਦਿੱਤੇ ਗਏ ਆ। ਔਰ ਉਹਦੇ ਵਿੱਚ ਕੋਈ ਇਹ ਤਕਸੀਮ ਨਹੀਂ ਆ ਕਿ ਇਹ ਵੱਡਾ ਛੋਟਾ, ਦੇਖੋ ਜਿਹੜਾ ਵੀ ਕ੍ਰਾਈਮ ਕਰ ਰਿਹਾ ਉਹ ਆਪਣੇ ਕ੍ਰਾਈਮ ਦੇ ਮੁਤਾਬਿਕ ਹਿੱਸਾ ਲੈ ਰਿਹਾ। ਔਰ ਇਹ ਜਿਹੜੀ ਇੱਥੇ ਜੋ ਜ਼ਿਆਦਾ ਸਖਤੀ ਹੋਈ ਤੇ ਸਬਬ ਸਮੂਹ ਕੀਤੇ, ਹੁਣ ਉੱਥੇ ਵੀ ਇਨਸ਼ਾਅੱਲਾ ਅਸੀਂ ਉਸੇ ਤਰ੍ਹਾਂ ਐਕਸਟੈਂਸਿਵ ਆਪਰੇਸ਼ਨ ਕਰ ਰਹੇ ਹਾਂ। ਅੱਛਾ ਸਰ, ਦੂਸਰਾ ਇਹ ਕਿ ਜਿਹੜਾ ਪੁਲਿਸ ਮੁਕਾਬਲੇ ਹੁੰਦੇ ਆ, ਲੋਕਾਂ ਦਾ ਇਹ ਸਵਾਲ ਆ ਕਿ ਪੁਲਿਸ ਮੁਕਾਬਲੇ ਅਸਲੀ ਨਹੀਂ ਹੁੰਦੇ, ਇਹਦੇ ਤੇ ਸਰ ਕੀ ਕਹਿੰਦੇ? ਜਦੋਂ ਵੀ ਕੋਈ ਪੁਲਿਸ ਮੁਕਾਬਲਾ ਹੁੰਦਾ, ਪੁਲਿਸ ਤੇ ਤਨਕੀਦ ਹੁੰਦੀ, ਫੜ ਕੇ ਬੰਦਾ ਮਾਰਿਆ ਵਾ, ਅਸਲ ਪੁਲਿਸ ਮੁਕਾਬਲਾ ਹੋਇਆ ਹੀ ਨਹੀਂ। ਹੁਣੇ ਮੌਜੂਦਗੀ ਦੇ ਵਿੱਚ ਹੀ ਇਨਕਾਊਂਟਰ ਇੱਕ ਇਸ ਟਾਈਮ ਵੀ ਹੋ ਰਿਹਾ, ਜਿੰਦੇ ਵਿੱਚ ਸਾਡਾ ਕਾਂਸਟੇਬਲ ਦੇ ਪੇਟ 'ਚ ਫਾਇਰ ਲੱਗਾ। ਔਰ ਬਾਕੀ ਦੇਖੋ ਇੱਕ ਟ੍ਰੇਨਡ ਫੋਰਸ ਆ, ਔਰ ਜਦੋਂ ਆਬਜੈਕਸ਼ਨ ਲੋਕ ਕਰਦੇ ਕਿ ਜੀ ਪੁਲਿਸ ਵਾਲੇ ਕਿਉਂ ਜ਼ਖਮੀ ਨਹੀਂ ਹੋਏ, ਬੇਸ਼ੁਮਾਰ ਮੁਕਾਬਲਿਆਂ 'ਚ ਪੁਲਿਸ ਵਾਲੇ ਜ਼ਖਮੀ ਹੁੰਦੇ ਆ। ਔਰ ਬਾਕੀ ਇਹ ਆ ਕਿ ਬੁਲੇਟ ਪ੍ਰੂਫ ਜੈਕਟਾਂ ਹੁੰਦੀਆਂ ਇਹਨਾਂ ਕੋਲ, ਇਹ ਟ੍ਰੇਨਡ ਫੋਰਸ ਆ, ਸਾਲ ਦੀ ਟ੍ਰੇਨਿੰਗ ਹੁੰਦੀ ਆ, ਫਿਰ ਰਿਫਰੈਸ਼ਰ ਕੋਰਸਿਸ ਹੁੰਦੇ ਆ, ਫਿਰ ਇਹਨਾਂ ਦੀ ਨਿਸ਼ਾਨੇ ਬਿਹਤਰ ਹੁੰਦੇ ਆ ਕਿਉਂਕਿ ਉਹ ਫਾਇਰਿੰਗ ਪ੍ਰੈਕਟਿਸਿਸ ਵੀ ਹੁੰਦੀਆਂ। ਔਰ ਤੀਸਰਾ ਇਹ ਆ ਕਿ ਬਹੁਤ ਦਫਾ ਜਿਹੜਾ ਹੈ ਉਹ ਇਨਫੋਰਮੇਸ਼ਨ ਬੇਸ ਹੁੰਦਾ, ਤੁਹਾਨੂੰ ਇਨਫੋਰਮਰਸ ਦੱਸ ਦਿੰਦੇ ਆ, ਤਾਂ ਮਤਲਬ ਇਸ ਕਿਸਮ ਦੀਆਂ ਚੀਜ਼ਾਂ ਜਿਹੜੀਆਂ ਪੁਲਿਸ ਨੂੰ ਇੱਕ ਆਮ ਜਿਹੜਾ ਵਾਰਦਾਤੀਆ ਡਕੈਤ ਆ ਉਹਦੇ ਮੁਕਾਬਲੇ 'ਚ ਬਹੁਤ ਜ਼ਿਆਦਾ ਸਟਰੈਂਥਨ ਕਰਦੀ ਆ। ਬਿਲਕੁਲ ਤਾਂ ਉਹ ਇਹ ਫੈਕਟਰਸ ਵੀ ਹਨ ਬਹੁਤ। ਤੇ ਬਹਰਹਾਲ ਅਗਰ ਕਿਸੇ ਨੂੰ ਕੋਈ ਡਾਊਟ, ਮਤਲਬ ਅਸੀਂ ਇਹ ਕਹਿੰਦੇ ਜਿਹੜੇ ਪੁਲਿਸ ਮੁਕਾਬਲੇ ਹੁੰਦੇ ਅਸਲੀ ਹੁੰਦੇ ਆ, ਨਕਲੀ ਨਹੀਂ ਹੁੰਦੇ ਪੁਲਿਸ ਦੇਖੋ ਮੁਕਾਬਲੇ। ਨਕਲੀ ਤੇ ਕੁਝ ਵੀ ਨਹੀਂ ਹੁੰਦਾ। ਬਿਲਕੁਲ ਸਰ, ਉਹ ਲੋਕਾਂ ਦਾ ਇਹ ਕਹਿਣਾ ਵਾ ਨਾ ਕਿ ਮਤਲਬ ਬੰਦਾ ਫੜ ਕੇ ਮਾਰ ਦਿੰਦੇ ਆ, ਅਸਲ ਪੁਲਿਸ ਮੁਕਾਬਲਾ ਕੋਈ ਨਹੀਂ ਬਸ ਕਰਦੇ। ਮੈਂ ਕਿਹਾ ਜਿਹਨੇ ਦਿੱਤਾ ਫੜ ਕੇ ਉਹ ਸਾਨੂੰ ਆ ਕੇ ਦੱਸੇ ਕਿ ਭਾਈ ਮੈਂ ਫੜ ਕੇ ਦਿੱਤਾ ਸੀ ਬੰਦਾ ਡਾਕੂ, ਤੁਹਾਨੂੰ ਤੁਸੀਂ ਮਾਰਤਾ, ਅਸੀਂ ਨਹੀਂ ਮਾਰਾਂਗੇ, ਅਸੀਂ ਚਲਾਨ ਨਹੀਂ ਕਰਾਂਗੇ, ਅਸੀਂ ਕਿਉਂ ਮਾਰਨਾ ਡਾਕੂ ਨੂੰ। ਸਰ ਵੈਸੇ ਇਹ ਗੱਲ ਤੇ ਬੜੀ ਅੱਛੀ ਹੈ, ਜਦੋਂ ਦਾ ਮਤਲਬ ਦੇਖੋ ਜੀ ਸੀਸੀਡੀ ਆਈ ਹੈ, ਮਤਲਬ ਇਹ ਪੁਲਿਸ ਮੁਕਾਬਲੇ ਹੋਣ ਨਾਲ ਸ਼ਹਿਰ ਦੇ ਵਿੱਚ ਨਾ ਸਕੂਨ ਹੋ ਗਿਆ। ਮਤਲਬ ਜਿਹੜੇ ਅੱਗੇ ਡਾਕੂ ਜਾਂਦੇ ਸੀਗੇ ਉਹ 4 ਦਿਨ ਬਾਅਦ ਉਹਨਾਂ ਦੀ ਬੇਲ ਹੋ ਜਾਂਦੀ ਸੀਗੀ, ਉਹ ਫਿਰ ਉਹੀ ਉਹਨਾਂ ਨੂੰ ਪਤਾ ਲੱਗਦਾ ਸੀ ਅਗਰ ਲੱਖ ਲੁੱਟਿਆ ਵਾ 50,000 ਅਸੀਂ ਇੱਧਰ ਲਾ ਦੇਣਾ ਤੇ ਬਾਕੀ ਅਸੀਂ ਫਿਰ ਆਪਣਾ ਹੀ ਕੰਮ ਕਰਨਾ। ਇਹ ਕੰਮ ਤੇ ਵੈਸੇ ਸਰ ਬਹੁਤ ਅੱਛਾ ਹੈ, ਇਸ ਗੱਲ ਦੀ ਬਿਲਕੁਲ ਕੋਈ ਨਹੀਂ, ਲੇਕਿਨ ਲੋਕਾਂ ਦੀ ਸਾਰੀ ਤਨਕੀਦ ਹੈਗੀ ਸੀ ਕਿ ਅਸਲੀ ਨਹੀਂ ਕਰਦੇ। ਲੋਕਾਂ ਤੋਂ ਪੁੱਛ ਲਓ, ਜੋ ਕਹਿ ਦੇਣਗੇ ਅਸੀਂ ਉਹ ਕਰ ਲਾਂਗੇ। ਇਹ ਗੱਲ ਤੇ ਹੈ। ਅੱਛਾ ਸਰ, ਬਾਕੀ ਬਹੁਤ ਅੱਛੀ ਤੁਸੀਂ ਕਾਰਵਾਈਆਂ ਦੇ ਫੈਸਲਾ ਬਹੁਤ ਅੱਛੇ ਕਰਦੇ। ਸਵਾਲਾਂ ਲੋਕਾਂ ਦੇ ਇਹ ਸਵਾਲ ਸੀਗੇ ਕਿ ਜਿਹੜਾ ਸਾਡਾ ਕੋਈ ਪਰਚਾ ਨਾ, ਹਾਲੇ ਵੀ ਪਰਚਾ ਜਲਦੀ ਨਹੀਂ ਹੁੰਦਾ, ਅਗਰ ਕਿਸੇ ਨੇ ਕੋਈ ਆਪਣੀ ਐਪਲੀਕੇਸ਼ਨ ਲੈ ਕੇ ਜਾਂਦੇ ਆ ਉਹਦਾ ਪਰਚਾ ਨਹੀਂ ਜਲਦੀ ਹੁੰਦਾ ਸਰ। ਡਾਕਟਰ ਸਾਹਿਬ ਪਰਚਾ ਜਲਦੀ ਨਹੀਂ ਹੋਣਾ ਚਾਹੀਦਾ। ਦੇਖੋ ਪਰਚਾ ਕਹਿਣ ਨੂੰ ਬਹੁਤ ਸੌਖਾ, ਤੇ ਦੂਜਿਆਂ ਤੇ ਹੋਵੇ ਤੇ ਬਹੁਤ ਅੱਛੀ ਗੱਲ ਆ, ਫੌਰੀ ਹੋ ਜਾਏ। ਜੇ ਆਪਣੇ ਤੇ ਹੋਵੇ ਤਾਂ ਫਿਰ ਹਰ ਬੰਦਾ ਕਹਿੰਦਾ ਯਾਰ ਮੇਰੀ ਗੱਲ ਨਹੀਂ ਸੁਣੀ, ਬਿਲਕੁਲ ਮੇਰੇ ਤੋਂ ਪੁੱਛਿਆ ਹੀ ਕੁਛ ਨਹੀਂ। ਹੁਣ ਦੇਖੋ ਨਾ, ਤੁਸੀਂ ਇੱਥੇ ਬੈਠੇ ਹੋ, ਫੌਰੀ ਪਰਚਾ ਕਰਕੇ ਤੁਹਾਨੂੰ ਪਤਾ ਲੱਗੇ ਤੁਸੀਂ ਇਸ਼ਤਿਹਾਰੀ ਹੋਏ ਤੇ ਤੁਹਾਨੂੰ ਪਤਾ ਹੀ ਨਹੀਂ ਤੁਹਾਡੇ ਪਰਚਾ ਹੋਇਆ। ਲਿਹਾਜ਼ਾ ਇਟ ਇਜ਼ ਇੰਪੈਰੇਟਿਵ ਕਿ ਤੁਸੀਂ, ਤੁਹਾਡੇ ਖਿਲਾਫ ਅਗਰ ਕੋਈ ਐਪਲੀਕੇਸ਼ਨ ਹੈ ਤਾਂ ਉਹਦੇ ਜਿਹੜੀ ਹੈ ਥੋੜੀ ਬਹੁਤ ਇਨਕੁਆਇਰੀ ਜ਼ਰੂਰ ਹੋਣੀ ਚਾਹੀਦੀ ਹੈ, ਔਰ ਕਮ ਅਜ਼ ਕਮ ਤੁਹਾਡੀ ਆਮਣੇ ਸਾਹਮਣੇ ਗੱਲ ਤਾਂ ਹੋਵੇ। ਤੇ ਬਾਜ਼ ਗਾਤ ਅਗਰ ਇਸ ਤਰ੍ਹਾਂ ਝੂਠੇ ਪਰਚੇ ਦੇਣਾ ਸ਼ੁਰੂ ਕਰ ਦਾਂਗੇ ਤੇ ਉਹ ਵੀ ਕੋਈ ਆਪਣਾ ਇੰਡੀਆ ਦੇ ਖਿਲਾਫ ਤਾਂ ਨਹੀਂ ਪਰਚੇ ਹੋ ਰਹੇ ਨਾ, ਬਿਲਕੁਲ ਪਾਕਿਸਤਾਨੀਆਂ ਦੇ ਖਿਲਾਫ ਹੀ ਹੋ ਰਹੇ ਆ। ਲੋਕਲ ਉਹ ਪਹਿਲੇ ਹੀ ਸਾਡੇ ਕੋਲ ਨਫਰੀ ਦੀ ਬਹੁਤ ਕਮੀ ਆ, ਤਫਤੀਸ਼ੀਆਂ ਦੇ ਉੱਤੇ ਬਹੁਤ ਬਰਡਨ ਆ, ਉਹਨਾਂ ਨੂੰ ਮਜ਼ੀਦ ਓਵਰ ਬਰਡਨ ਤਾਂ ਨਹੀਂ ਕਰਨਾ, ਬਿਲਕੁਲ ਤਾਂ ਕਿ ਜਿਹੜੇ ਜੈਨੂਇਨ ਜਿਨ੍ਹਾਂ ਦੀ ਗ੍ਰੀਵੈਂਸਿਸ ਹੈਗੇ ਆ ਉਹ ਐਡਰੈਸ ਨਾ ਹੋਣ, ਔਰ ਜਾਲੀ ਪਰਚਿਆਂ ਨੂੰ ਡੀਲ ਕਰਦੇ ਰਹੋ, ਫਿਰ ਖਾਰਜ ਕਰਦੇ ਰਹੋ, ਫਿਰ ਤਬਦੀਲੀ ਤਫਤੀਸ਼ ਲੋਕ ਆ ਜਾਂਦੇ ਆ, ਬੇਲਾ ਇਟਸ ਬਿਲਕੁਲ ਇੱਕ ਪੂਰਾ ਨਵਾਂ ਚੈਪਟਰ ਖੁੱਲ ਜਾਂਦਾ। ਬਿਲਕੁਲ। ਅੱਛਾ ਸਰ, ਦੂਸਰਾ ਇਹ ਕਿ ਕੋਈ ਵੀ ਕੰਮ ਕਰਨ, ਜਿਸ ਤਰ੍ਹਾਂ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੁੰਦੀ ਆ, ਫਿਰ ਤੁਸੀਂ ਉਹਦੇ ਤੇ ਐਕਸ਼ਨ ਲੈਂਦੇ ਜੇ ਕਿ ਤੁਸੀਂ ਪ੍ਰੈਸ਼ਰ ਦੇ ਵਿੱਚ ਐਕਸ਼ਨ ਲੈ ਲੈਂਦੇ ਜੇ, ਜਾਂ ਉਹਦੀ ਵੇਖ ਕੇ ਉਹਦੀ ਪੂਰੀ ਜਾਂਚ ਪੜਤਾਲ ਕਰਕੇ ਉਹਦੇ ਤੇ ਐਕਸ਼ਨ ਲੈਂਦੇ ਜੀ? ਨਹੀਂ, ਪ੍ਰੈਸ਼ਰ ਤੇ ਦੇਖੋ ਇੱਕ ਐਵੀਡੈਂਸ ਆਂਦੀ ਆ, ਸਰਫੇਸ ਹੁੰਦੀ ਆ ਕਿ ਇੱਕ ਬੰਦਾ ਉਹ ਦੂਸਰੇ ਬੰਦੇ ਨੂੰ ਜੁੱਤੀਆਂ ਮਾਰ ਰਿਹਾ, ਜਾਂ ਉਹਨੂੰ ਕਿਸੇ ਖਾਤੂਨ ਨੂੰ ਮਾਰ ਰਿਹਾ, ਥੱਪੜ ਮਾਰ ਰਿਹਾ, ਜਾਂ ਉਸ ਦੀ ਤਹਿਕੀਰ ਕਰ ਰਿਹਾ, ਉਹ ਕ੍ਰਾਈਮ ਹੈਗਾ। ਉਹ ਇੱਕ ਤੁਹਾਡੇ ਕੋਲ ਵੀਡੀਓ ਐਵੀਡੈਂਸ ਹੁੰਦੀ ਆ, ਮਤਲਬ ਉਹਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਇਨਵੈਸਟੀਗੇਸ਼ਨ ਦੀ, ਇਨਕੁਆਇਰੀ ਦੀ ਐਸ ਸੱਚ ਲੋੜ ਨਹੀਂ ਹੁੰਦੀ। ਕੋਈ ਵੀਡੀਓ ਵਾਇਰਲ ਹੋ ਜਾਏ ਤਾਂ ਉਸ 'ਤੇ ਵੀ ਐਕਸ਼ਨ ਹੁੰਦਾ, ਵੀਡੀਓ ਵਾਇਰਲ ਨਾ ਵੀ ਹੋਵੇ ਫਿਰ ਵੀ ਅਗਰ ਮੇਰੇ ਕੋਲ ਕੋਈ ਬੰਦਾ ਆਂਦਾ ਔਰ ਮੈਨੂੰ ਦਿਖਾਉਂਦਾ ਕਿ ਆਹ ਦੇਖੋ ਜੀ ਮੇਰੇ ਨਾਲ ਕੀ ਹੋਇਆ, ਜਾਂ ਕਿਸੇ ਐਸਪੀ ਸਾਹਿਬ ਕੋਲ ਜਾਂਦੇ ਹੈਗੇ, ਜਾਂ ਡੀਐਸਪੀ ਸਾਹਿਬ ਕੋਲ ਜਾਂਦੇ ਆ, ਜਾਂ ਐਸਐਚਓ ਸਾਹਿਬ ਕੋਲ ਜਾਂਦੇ ਆ, ਉਹਨੂੰ ਦਿਖਾਉਂਦੇ ਆ ਕਿ ਜੀ ਆ ਸਾਡੇ ਕੋਲ ਵੀਡੀਓ ਐਵੀਡੈਂਸ ਹੈਗੀ, ਸਾਡੇ ਨਾਲ ਕੀਤਾ, ਤਾਂ ਉਸ 'ਤੇ ਜ਼ਰੂਰ ਕਾਰਵਾਈ ਹੁੰਦੀ ਹੈ।
ਅੱਛਾ ਸਰ, ਮਤਲਬ ਪੁਲਿਸ ਤੋਂ ਲੋਕਾਂ ਦਾ ਹੁਣ ਇਤਮਾਦ ਵਧਣ ਲੱਗ ਪਿਆ, ਕਿਉਂਕਿ ਆਸਤਾ-ਆਸਤਾ ਜਦੋਂ ਪੁਲਿਸ ਕੋਈ ਐਕਸ਼ਨ ਕਰਨ ਲੱਗ ਪਈ ਹੈਗੀ ਆ, ਲੋਕਾਂ ਦਾ ਇਤਮਾਦ ਵੱਧ ਰਿਹਾ, ਲੇਕਿਨ ਹਾਲੇ ਤੱਕ ਵੀ ਇੰਨਾ ਜ਼ਿਆਦਾ ਨਹੀਂ ਵਧਿਆ ਜਿੱਥੇ ਤੱਕ ਅਸੀਂ ਕਹੀਏ ਨਾ, ਬਿਲਕੁਲ ਯਕੀਨ ਆ ਕਿ ਪੁਲਿਸ ਕੋ ਹਾਲੇ ਵੀ ਬੰਦਾ ਜਾਂਦਾ ਡਰਦਾ, ਅਗਰ ਉਹਦਾ ਕੋਈ ਅਸਲ ਵੀ ਕੇਸ ਹੈ ਨਾ, ਉਹ ਕਹਿੰਦਾ ਯਾਰ ਉੱਥੇ ਜਾਵਾਂਗੇ ਐਵੇਂ ਉਹਨਾਂ ਕੋਲ ਪੈਸੇ ਹੀ ਮੰਗ ਲੈਣੇ, ਸਾਡਾ ਕੇਸ ਤੇ ਸੁਣਨਾ ਨਹੀਂ। ਇਹਦੇ ਹਵਾਲੇ ਸਰ ਲੋਕਾਂ ਨੂੰ ਕੀ ਤੁਸੀਂ ਕਹਿੰਦੇ ਜੀ? ਨਹੀਂ ਦੇਖੋ, ਅਹ, ਕੀ ਕਹਿੰਦੇ ਆ, ਤਲੀ ਦੇ ਸਰੋਂ ਨਹੀਂ ਜੰਮਦੀ ਹੈ ਜੀ। ਰੋਮ ਵਾਜ਼ ਨਾਟ ਬਿਲਡ ਇਨ ਅ ਡੇ। ਸਾਡੀ ਐਫਰਟ ਹੈਗੇ ਆ, ਮੈਂ ਮਿਲਦਾ, CPO ਸਾਹਿਬ ਮਿਲਦੇ, ਸਾਡੇ SP ਸਾਹਿਬਾਨ ਮਿਲਦੇ ਆ, ਸਾਡੀ ਕੋਸ਼ਿਸ਼ ਆ, ਅਸੀਂ SHOs ਨੂੰ ਵੀ ਬਰੀਫ ਕਰਦੇ ਆ, SDPOs ਨੂੰ ਵੀ, ਕਿ ਲੋਕਾਂ ਦਾ ਜਿਹੜਾ ਜਾਇਜ਼ ਕੰਮ ਆ ਉਹ ਜ਼ਰੂਰ ਹੋ ਜਾਣਾ ਚਾਹੀਦਾ। ਬਿਲਕੁਲ ਹੁਣ ਤੁਹਾਡੀ ਮੌਜੂਦਗੀ 'ਚ ਇੱਕ ਬੰਦਾ ਆਇਆ ਸੀ, ਤੁਸੀਂ ਸਾਰਾ ਵਿਟਨੈਸ ਕੀਤੀ, ਤੁਸੀਂ ਉਸਦੀ ਗੱਲ ਵੀ ਸੁਣੀ। ਬਿਲਕੁਲ ਇਸ ਹੁਣ ਇਹਦਾ ਗਿਲਾ ਦੂਰ ਨਹੀਂ ਹੋ ਸਕਦਾ, ਬਿਲਕੁਲ ਤੇ ਉਹ ਫਿਰ ਜਿਹੜੀ ਇਹ ਇਸ ਕਿਸਮ ਦੇ ਲੋਕ ਹੈਗੇ ਆ ਉਹਨਾਂ ਨੂੰ ਤੇ ਅਸੀਂ ਐਂਟਰਟੇਨ, ਜਿੱਦਾਂ ਮੈਂ ਪਹਿਲੇ ਅਰਜ਼ ਕੀਤੀ ਆ, ਹਰ ਬੰਦੇ ਨੂੰ ਫੇਸ ਵੈਲਿਊ ਤੇ ਨਹੀਂ ਲਿਆ ਜਾ ਸਕਦਾ। ਬਟ ਔਨ ਦੀ ਅਦਰ ਹੈਂਡ, ਅਗਰ ਕਿਸੇ ਨਾਲ ਬਦਤਮੀਜ਼ੀ ਹੋਵੇ ਜਾਂ ਹਾਈ ਹੈਡਡਨੈਸ ਹੋਵੇ ਤੇ ਉਹ ਫਿਰ ਜ਼ਰੂਰ ਉਹਨੂੰ ਅਸੀਂ ਲੋਕ ਮਤਲਬ ਚੈੱਕ ਕਰਦੇ ਆ। ਔਰ ਮੇਰਾ ਇਹ ਮੈਸੇਜ ਆ ਜੀ ਕਿ ਬਿਲਕੁਲ ਕਿਸੇ ਨੂੰ ਖੌਫਜ਼ਦਾ ਹੋਣ ਦੀ ਲੋੜ ਨਹੀਂ ਆ, ਕਿਸੇ ਬੰਦੇ ਨੂੰ ਡਰਨ ਦੀ ਲੋੜ ਨਹੀਂ ਆ। ਉਹ ਜਦੋਂ ਵੀ ਕਦੀ ਕਿਸੇ ਦਾ ਕੋਈ ਇਸ਼ੂ ਹੋਏਗਾ ਤੇ ਸਾਡੇ ਸਾਰਿਆਂ ਦੇ ਦਰਵਾਜ਼ੇ ਖੁੱਲੇ ਆ, ਕਿਸੇ ਨਾਲ ਜ਼ਿਆਦਤੀ ਹੋਏਗੀ ਉਹਦਾ ਇਨਸ਼ਾਅੱਲਾ ਜ਼ਰੂਰ ਮਦਾਵਾ ਹੋਏਗਾ। ਅੱਛਾ ਸਰ, ਆਖਰੀ ਸਵਾਲ ਮੇਰਾ ਇਹੀ ਹੈ ਕਿ ਸਰ ਫੈਸਲਾਬਾਦ ਬਾਕੀ ਤੇ ਹਰ ਪਾਸੋਂ ਸੇਵ ਹੋ ਗਿਆ, ਮਨਸ਼ਿਆਤ ਵੀ ਮੁੱਕ ਗਈ, ਜਰਾਇਮ ਡਾਕੂ ਵੀ ਮੁੱਕ ਗਏ, ਲੇਕਿਨ ਕੁਝ ਇਹੋ ਜਿਹੇ ਫਹਾਸ਼ੀ ਦੇ ਅੱਡੇ ਆ, ਜਿਸ ਤਰ੍ਹਾਂ ਮਸਾਜ ਸੈਂਟਰ, ਪਹਿਲੇ ਨਾਮ ਹੁੰਦਾ ਮਸਾਜ ਸੈਂਟਰ, ਲੇਕਿਨ ਸਰ ਉੱਥੇ ਘਰਾਂ ਦੇ ਘਰ ਉੱਜੜ ਗਿਆ। ਇੱਕ ਮਿਸਾਲ ਦੇ ਦੇਣਾ, ਇੱਕ ਬੰਦਾ ਜਾਂਦਾ ਵਾ ਸਰ, ਉੱਥੇ ਅੰਦਰ ਜਾਣ ਦੇ ਕੋ 15 ਤੋਂ 20 ਹਜ਼ਾਰ ਰੁਪਏ ਲੱਗਦਾ ਵਾ, ਇੱਕ ਆਮ ਬੰਦਾ ਉੱਥੇ ਜਾਂਦਾ, ਠੀਕ ਹੈ, ਉਹਨਾਂ ਦੇ ਘਰ ਉੱਜੜ ਗਏ ਆ। ਇਹਦੇ ਹਵਾਲੇ ਸਰ ਪੁਲਿਸ ਕੀ ਕਾਰਵਾਈ ਕਰਦੀ? ਕਿਉਂਕਿ ਥਾਣਾ ਮਦੀਨਾ ਟਾਊਨ ਤੇ ਪੀਪਲ ਕਲੋਨੀ ਦੇ ਇਲਾਕੇ ਦੇ ਵਿੱਚ ਸਭ ਤੋਂ ਜ਼ਿਆਦਾ ਹੈਗੇ, ਤਕਰੀਬਨ ਕੋਈ 150 ਇਹ ਮਸਾਜ ਸੈਂਟਰ ਹੈ ਸਰ ਉੱਥੇ। ਇਹਨਾਂ ਦੇ ਹਵਾਲੇ ਸਰ ਕੋਈ ਪੁਲਿਸ ਕੋਈ ਐਕਸ਼ਨ ਕੋਈ ਇਹਨਾਂ ਨਹੀਂ ਸਰ ਕਰ ਰਹੀ? ਉਹ ਤੁਹਾਡੀ ਗੱਲ ਠੀਕ ਆ, ਬਹੁਤ ਜ਼ਿਆਦਾ ਤਵੱਜੋ ਇਸ ਪਾਸੇ ਨਹੀਂ ਸੀ ਉਹਦੀ, ਥੋੜੀ ਜੀ ਮਤਲਬ ਇੱਕ ਰਿਵਰਸ ਸਾਈਡ ਹੈਗੀ ਆ ਕਿ ਉਹ ਫਿਰ ਮਤਲਬ ਐਕਸਪਲਾਈਟ ਵੀ ਹੋਣਾ ਲੱਗ ਪੈਂਦੀ ਚੀਜ਼। ਬਟ ਤੁਹਾਡੀ ਨਿਸ਼ਾਨਦੇਹੀ ਦਰੁਸਤ ਹੈਗੀ ਆ, ਇਸ ਤੇ ਕੰਮ ਕਰਨ ਦੀ ਜ਼ਰੂਰਤ ਉਹ ਕਰਾਂਗੇ ਇਨਸ਼ਾਅੱਲਾ ਜੀ। ਸਰ ਬਹੁਤ ਸ਼ੁਕਰੀਆ, ਬਹੁਤ ਅੱਛਾ ਲੱਗਿਆ। ਲੋ ਤੁਸੀਂ ਵੇਖਿਆ ਕਿ ਇਹ RPO ਫੈਸਲਾਬਾਦ ਸੁਹੇਲ ਅਹਿਮਦ ਸੁਖੇਰਾ ਸੀ, ਜਿਨ੍ਹਾਂ ਨੇ ਫੈਸਲਾਬਾਦ ਆ ਕੇ ਨਾ ਜੁਰਾਇਮ ਖਤਮ ਕਰਤਾ, ਮਨਸ਼ਿਆਤ ਫਰੋਸ਼ ਖਤਮ ਕਰ ਦਿੱਤੇ। ਅਗਰ ਇਸ ਤਰ੍ਹਾਂ ਦੇ ਦਬੰਗ ਅਫੀਸਰ ਫੈਸਲਾਬਾਦ ਹੋਣਗੇ ਨਾ ਤੇ ਫੈਸਲਾਬਾਦ ਬੜਾ ਪੁਰਸਕੂਨ ਹੋਏਗਾ।